सत श्री अकाल। मैं प्रिंसिपल जतिंदर कौर रंधावा, पुत्री सरदार कुंदन सिंह जी, श्रीमती जसवंत कौर जी, जथेदार मोहन सिंह जी नागोके, जिला अमृतसर ਅਤੇ ਹੁਣ श्री तरन तारण साहिब जी ਦੀ ਦੋਤਰੀ ਹਾਂ। ਉਹਨਾਂ ਬਾਰੇ ਮੇਰੇ ਵੱਲੋਂ ਲਿਖੀ ਜਾ ਰਹੀ ਇਹ ਬੁੱਕ ਥਰੂ ਮਾਈ ਆਈਜ਼ ਮਾਈ ਗ੍ਰੈਂਡਫਾਦਰ ਵਿੱਚ ਉਹਨਾਂ ਵੱਲੋਂ ਹਿੰਦੁਸਤਾਨ ਦੀ ਵੰਡ ਬਾਰੇ ਸਮੇਂ ਦੇਸ਼ ਕੌਮ ਤੇ ਪੰਥ ਦੀ ਬਿਹਤਰੀ ਲਈ ਲਏ ਗਏ ਇਤਿਹਾਸਕ ਫੈਸਲੇ ਸਾਂਝੇ ਕਰਾਂਗੀ। ਉਪਰੰਤ ਦੇਸ਼ ਦੇ ਦੋ ਹਿੱਸੇ ਕਰ ਦਿੱਤੇ ਜਾਣ ਤੋਂ ਬਾਅਦ ਸਿੱਖਾਂ, ਹਿੰਦੂਆਂ ਤੇ ਮੁਸਲਿਮ ਆਬਾਦੀ ਦੇ ਤਬਾਦਲੇ ਦੇ ਸਮੇਂ ਪੰਜਾਬੀਆਂ ਦੇ ਦੁੱਖ ਦਰਦਾਂ, ਆਹਾਂ, ਸਿਸਕੀਆਂ, ਅਥਰੂਆਂ ਦਾ ਛੇਵਾਂ ਦਰਿਆ ਜੋ ਮਾਨਚਿੱਤਰ ਵਿੱਚ ਤਾਂ ਨਹੀਂ ਵਗਦਾ ਪਰ ਪੰਜਾਬ ਦੇ ਵੰਡ ਬਾਰੇ ਦੇ ਇਤਿਹਾਸ ਦੇ ਪੰਨਿਆਂ ਤੇ ਉਲੀਕਿਆ ਗਿਆ। ਉਹ ਪੰਨੇ ਖੋਲ ਕੇ ਪੜ੍ਹ ਕੇ ਉਸ ਸਮੇਂ ਦੇ ਹਾਲਾਤ ਦੇ ਰੂਬਰੂ ਹੋਵਾਂਗੇ। ਜਥੇਦਾਰ ਮੋਹਨ ਸਿੰਘ ਜੀ ਨਾਗੋਕੇ, ਜਿਨ੍ਹਾਂ ਨੂੰ ਸਿੱਖਾਂ, ਹਿੰਦੂਆਂ ਤੇ ਪੰਜਾਬੀਆਂ ਦੇ ਸੇਵੀਅਰ ਵਜੋਂ ਵੀ ਜਾਣਿਆ ਜਾਂਦਾ ਹੈ, ਉਹਨਾਂ ਕੋਲੋਂ ਦੇਸ਼ ਵਿਦੇਸ਼ ਤੋਂ ਬਹੁਤ ਸਾਰੇ ਰਿਸਰਚ ਸਕਾਲਰਸ ਨੂੰ ਮੈਂ ਹਿੰਦੁਸਤਾਨ ਦੇ ਵੰਡ ਬਾਰੇ ਦੇ ਸਮੇਂ ਦੇ ਅੱਖੀਂ ਡਿੱਠੇ ਹਾਲਾਤ ਬਾਰੇ ਬੜੀ ਬਾਰੀਕੀ ਨਾਲ ਗੱਲਬਾਤ ਕਰਦੇ ਹੋਏ ਕੋਲ ਬੈਠ ਕੇ ਵੀ ਸੁਣਿਆ ਹੈ। ਉਹਨਾਂ ਕੋਲੋਂ ਖੋਜ ਕਾਰਜਾਂ, ਥੀਸਿਸ ਲਈ ਇੰਟਰਵਿਊਜ਼ ਦਿੰਦੇ ਹੋਏ ਵੀ ਬਚਪਨ ਤੋਂ ਹੀ ਅੱਖੀਂ ਵੇਖਿਆ ਹੈ। ਮੈਂ ਤੇ ਮੇਰੇ ਬ੍ਰਦਰ ਨੇ ਬਹੁਤ ਸਾਰੀਆਂ ਘਟਨਾਵਾਂ ਸਿਲਸਿਲੇਵਾਰ ਕਹਾਣੀ ਦੇ ਰੂਪ ਵਿੱਚ ਵੀ ਸੁਣੀਆਂ ਹਨ। ਪੰਜਾਬ ਤਾਂ ਆਪ ਹੀ ਭਾਰਤ ਦੇ ਇਤਿਹਾਸ ਦੀਆਂ ਮਹਾਨ ਘਟਨਾਵਾਂ ਅਤੇ ਮੁੱਖ ਤਰਾਸਦੀਆਂ ਦਾ ਮੁੱਖ ਦਰਸ਼ਕ ਸਦੀਆਂ ਤੋਂ ਰਿਹਾ ਹੈ। ਹੁਣ ਤੱਕ ਦੁੱਖਾਂ ਦੀ ਨਵੀਂ ਸੁਨਾਮੀ, ਹਿੰਦੁਸਤਾਨ ਦੀ ਦੋ ਹਿੱਸਿਆਂ ਵਿੱਚ ਵੰਡ ਅਤੇ ਨਾਲ ਹੀ ਪੰਜਾਬ ਦੀ ਵੀ ਦੋ ਹਿੱਸਿਆਂ ਵਿੱਚ ਵੰਡ, ਦੋਹਰੀ ਮਾਰ। ਇਤੀ ਮਾਰ ਪਈ ਕਰਲਾਣੇ ਤੈਂਕੀ ਦਰਦ ਨਾ ਆਇਆ। ਸਦੀਆਂ ਤੋਂ ਪੰਜਾਬ ਨੂੰ ਭਾਰਤ ਦਾ ਪ੍ਰਵੇਸ਼ ਦੁਆਰ, ਮੁੱਖ ਦਰਵਾਜ਼ਾ ਕਿਹਾ ਜਾਂਦਾ ਹੈ ਕਿਉਂਕਿ ਇਸ ਦੇ ਵਸਨੀਕਾਂ ਵੱਲੋਂ ਸਿਕੰਦਰ, ਗੌਰੀ, ਗਜ਼ਨਵੀ, ਨਾਦਰ ਸ਼ਾਹ ਲੋਧੀ, ਅਫਗਾਨ, ਪਠਾਨ, ਅਹਿਮਦ ਸ਼ਾਹ ਅਬਦਾਲੀ, ਮੁਗਲਾਂ ਆਦਿ ਦਾ ਡਟ ਕੇ ਮੁਕਾਬਲਾ ਕਰਨ ਤੇ ਕੁਰਬਾਨ ਹੋ ਜਾਣ ਦੀ ਵੀ ਇਤਿਹਾਸ ਮਾਣਮਤੀ ਗਵਾਹੀ ਭਰਦਾ ਹੈ। ਪੰਜਾਬ ਕਦੇ ਨਹੀਂ ਡੋਲਿਆ, ਇਹ ਵੀ ਸੱਚ ਹੈ। ਪੰਜਾਬ ਦੇ ਇਤਿਹਾਸ ਵਿੱਚ ਸੰਨ 1947 1947 ਈਸਵੀ ਪਹਿਲੀ ਵਾਰੀ ਸੀ ਜਦੋਂ ਪੰਜਾਬੀ ਆਪਣਿਆਂ ਤੋਂ ਹੀ ਵਿਛੜ ਵੀ ਗਏ ਅਤੇ ਲੁੱਟੇ ਪੁੱਟੇ ਵੀ ਗਏ। ਨਾਦਰਸ਼ਾਹੀ ਲੁੱਟ ਦਾ ਤੁਨੀਤ ਬੜੀ ਵੀ ਸੀ ਪਰ ਇਸ ਲੁੱਟ ਦਾ ਨਾਂ ਕੀ ਰੱਖੀਏ, ਮੇਰੀ ਸਮਝ ਤੋਂ ਪਰੇ ਹੈ। ਜਥੇਦਾਰ ਮੋਹਨ ਸਿੰਘ ਜੀ ਨਾਗੋਕੇ ਸਿੱਖ ਪੰਥ ਕੌਮ ਦੀ ਉਹ ਇਕਲੌਤੀ ਸ਼ਖਸੀਅਤ ਹਨ ਜਿਨ੍ਹਾਂ ਨੂੰ ਸਮੁੱਚੀ ਸਿੱਖ ਲੀਡਰਸ਼ਿਪ ਨੇ ਸਰਬਸੰਮਤੀ ਨਾਲ ਯੂਨੈਨਿਮਸਲੀ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਇਲੈਕਟ ਕੀਤਾ, ਨਿਯੁਕਤ ਕੀਤਾ। ਉਹ ਲਗਾਤਾਰ 17 ਸਾਲ ਇਸ ਪਦਵੀ ਤੇ ਬਿਰਾਜਮਾਨ ਰਹੇ। ਇੱਕ ਵਾਰੀ ਫੇਰ ਸਿੱਖ ਪੰਥ ਦੀ ਸਮੁੱਚੀ ਸਿੱਖ ਲੀਡਰਸ਼ਿਪ ਨੇ ਉਹਨਾਂ ਵਿੱਚ ਫਿਰ ਵਿਸ਼ਵਾਸ ਪ੍ਰਗਟ ਕੀਤਾ। ਉਹਨਾਂ ਨੂੰ ਯੂਨੈਨਿਮਸਲੀ ਪ੍ਰੈਜ਼ੀਡੈਂਟ ਐਸਜੀਪੀਸੀ ਭਾਵ ਸਰਬਸੰਮਤੀ ਨਾਲ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਬਣਾ ਕੇ ਉਹਨਾਂ ਦੀ ਲੀਡਰਸ਼ਿਪ ਵਿੱਚ ਵਿਸ਼ਵਾਸ ਪ੍ਰਗਟ ਕੀਤਾ। ਇਹ 1944 ਤੋਂ 1948 ਈਸਵੀ ਤੱਕ ਦੇ 1944 to 1948 ਤੱਕ ਦੇ ਔਕੜਾਂ ਭਰੇ ਸਮੇਂ ਵਿੱਚ ਸਿੱਖ ਪੰਥ ਦੀ ਸਮੁੱਚੀ ਸਿੱਖ ਲੀਡਰਸ਼ਿਪ ਵੱਲੋਂ ਸਿੱਖ ਕੌਮ ਦੀ ਅਗਵਾਈ ਕਰਨ ਦੀ ਸੇਵਾ ਸਪੁਰਦ ਕਰਨਾ ਬਹੁਤ ਦੂਰ ਅੰਦੇਸ਼ੀ ਵਾਲਾ ਅਤੇ ਸਹੀ ਸਮੇਂ ਤੇ ਸਹੀ ਫੈਸਲਾ ਲਿਆ ਗਿਆ ਸਾਬਤ ਵੀ ਹੋਇਆ। ਅੱਜ ਮੈਂ ਆਪ ਸਭ ਸੂਝਵਾਨ ਸਰੋਤਿਆਂ ਨਾਲ ਗੋਲਡਨ ਈਰਾ ਆਫ ਐਸਜੀਪੀਸੀ ਦੇ ਹਿੰਦੁਸਤਾਨ ਦੀ ਵੰਡ ਬਾਰੇ ਦੇ ਸਮੇਂ ਦੇ ਇਤਿਹਾਸਕ ਤੇ ਪ੍ਰਮਾਣਿਕ ਵਰਕੇ ਪੇਜੀ ਸਾਂਝੇ ਕਰਾਂਗੀ। ਹਿੰਦੁਸਤਾਨ ਦੇ ਵੰਡ ਬਾਰੇ ਵਿਰੁੱਧ ਗੁਰਮਤਾ, ਇਸ ਦੇ ਲਈ 26 ਅਕਤੂਬਰ 1945 1945 ਦਿਨ ਸ਼ੁੱਕਰਵਾਰ ਸਮਾਂ 1:50 ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਦਾ ਸਾਲਾਨਾ ਜਨਰਲ ਇਜਲਾਸ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਹੋਇਆ, ਜਿਸ ਵਿੱਚ ਪ੍ਰੈਜ਼ੀਡੈਂਟ ਐਸਜੀਪੀਸੀ ਸਮੇਤ 100 ਮੈਂਬਰ ਹਾਜ਼ਰ ਸਨ। ਇਸ ਇਜਲਾਸ ਵਿੱਚ ਇੱਕ ਇਤਿਹਾਸਿਕ ਮਤਾ ਜੋ ਕਿ ਦੇਸ਼ ਹਿੰਦੁਸਤਾਨ ਦੀ ਦੋ ਹਿੱਸਿਆਂ ਵਿੱਚ ਵੰਡ ਬਾਰੇ ਦੇ ਵਿਰੁੱਧ ਸੀ, ਬਹੁਸੰਮਤੀ ਨਾਲ ਪਾਸ ਕੀਤਾ ਗਿਆ। ਇਸ ਰਾਹੀਂ ਸਿੱਖ ਪੰਥ ਨੂੰ ਸੁਚੇਤ ਵੀ ਕੀਤਾ ਗਿਆ ਕਿ ਹਿੰਦੁਸਤਾਨ ਦੀ ਦੋ ਹਿੱਸਿਆਂ ਵਿੱਚ ਵੰਡ ਬਹੁਤ ਖਤਰਨਾਕ ਹੈ। ਇਸ ਦੇ ਆਉਣ ਵਾਲੇ ਸਮੇਂ ਵਿੱਚ ਬਹੁਤ ਮਾੜੇ ਨਤੀਜੇ ਨਿਕਲਣਗੇ। ਅੰਗਰੇਜ਼ ਸਰਕਾਰ ਨੇ ਲਾਰਡ ਵੇਵਲ ਰਾਹੀਂ ਇਹ ਸਪਸ਼ਟ ਅਗਵਾ ਦਿੱਤਾ ਹੈ ਕਿ ਹਿੰਦੁਸਤਾਨ ਵਿੱਚ ਵੱਖਰੇ ਵੱਖਰੇ ਰਾਜਾਂ ਦੀ ਬਣਤਰ ਕਿਵੇਂ ਹੋਵੇਗੀ, ਇਸ ਦਾ ਫੈਸਲਾ ਕੌਂਸਟੀਟਿਊਐਂਟ ਅਸੈਂਬਲੀ ਦੇ ਚੁਣੇ ਹੋਏ ਨੁਮਾਇੰਦੇ ਹੀ ਕਰਨਗੇ। ਇਸੇ ਕੜੀ ਵਿੱਚ
ਸਟੈਟਫੋਰਡ ਕ੍ਰਿਪਸ ਵੀ ਪਾਕਿਸਤਾਨ ਦੇ ਹਾਮੀ ਬਣ ਰਹੇ ਹਨ। ਇਸ ਲਈ ਮੁਸਲਿਮ ਲੀਗ ਦੇ ਨੇਤਾਵਾਂ ਨੇ ਤਾਂ ਕੌਂਸਟੀਟਿਊਐਂਟ ਅਸੈਂਬਲੀ ਦੀਆਂ ਚੋਣਾਂ ਪਾਕਿਸਤਾਨ ਬਣਾਉਣ ਦੇ ਮੁੱਦੇ ਉੱਤੇ ਹੀ ਲੜਨ ਦਾ ਫੈਸਲਾ ਸਭ ਨੂੰ ਸੁਣਾ ਦਿੱਤਾ ਹੈ। ਕਮਿਊਨਿਸਟ ਪਾਰਟੀ ਦੇ ਆਗੂ ਖੁੱਲ੍ਹ ਕੇ ਪਾਕਿਸਤਾਨ ਬਣਾਉਣ ਦੀ ਹਮਾਇਤ ਕਰਨ ਲੱਗੇ ਹਨ। ਹੋਰ ਕੇਂਦਰੀ ਲੀਡਰਸ਼ਿਪ ਦੇ ਸੁਰ ਵੀ ਨਰਮ ਹੋ ਰਹੇ ਹਨ। ਉਹਨਾਂ ਦੀ ਇਸ ਮਸਲੇ ਵਿੱਚ ਪਕੜ ਢਿੱਲੀ ਪੈ ਰਹੀ ਹੈ। ਇਸ ਲਈ ਇਹ ਸਮਾਗਮ ਸਮੂਹ ਪੰਥ ਵੱਲੋਂ ਪੂਰੇ ਜ਼ੋਰ ਨਾਲ ਸਪਸ਼ਟ ਤੌਰ ਤੇ ਐਲਾਨ ਕਰਦਾ ਹੈ। ਨੰਬਰ 1, ਸਿੱਖ ਕਿਸੇ ਵੀ ਹਾਲਾਤ ਵਿੱਚ ਮੁਸਲਿਮ ਲੀਗ ਦੀ ਮੌਜੂਦਾ ਪਾਕਿਸਤਾਨ ਬਣਾਉਣ ਦੀ ਮੰਗ ਨੂੰ ਨਹੀਂ ਮੰਨਣਗੇ। ਨੰਬਰ 2, ਕਿਉਂਕਿ ਹਿੰਦੁਸਤਾਨ ਵਿੱਚ ਨਵੇਂ ਰਾਜਾਂ ਦੀ ਬਣਤਰ ਕਿਸ ਤਰ੍ਹਾਂ ਦੀ ਹੋਵੇਗੀ, ਇਸ ਦਾ ਫੈਸਲਾ ਅਸੈਂਬਲੀਆਂ ਦੇ ਮੈਂਬਰ ਪ੍ਰਤੀਨਿਧਾਂ ਰਾਹੀਂ ਹੋਵੇਗਾ। ਇਸ ਲਈ ਇਹ ਇਜਲਾਸ ਸਾਰੇ ਦੇਸ਼ ਵਾਸੀਆਂ ਨੂੰ ਅਪੀਲ ਕਰਦਾ ਹੈ ਕਿ ਉਹ ਪਾਕਿਸਤਾਨ ਦੀ ਮੰਗ ਦੇ ਵਿਰੁੱਧ ਸਪਸ਼ਟ ਖਿਆਲ ਰੱਖਣ ਵਾਲੇ ਸੱਜਣਾਂ ਨੂੰ ਹੀ ਅਸੈਂਬਲੀਆਂ ਵਿੱਚ ਨੁਮਾਇੰਦੇ ਮੈਂਬਰ ਵਜੋਂ ਇਲੈਕਟ ਕਰਕੇ ਚੁਣ ਕੇ ਭੇਜਣ। ਹੁਣ ਸਿਰਫ ਇਸ ਤਰੀਕੇ ਨਾਲ ਹੀ ਦੇਸ਼ ਹਿੰਦੁਸਤਾਨ ਨੂੰ ਦੋ ਹਿੱਸਿਆਂ ਵਿੱਚ ਵੰਡੇ ਜਾਣ ਤੋਂ ਬਚਾਇਆ ਜਾ ਸਕਦਾ ਹੈ। ਇਸ ਤਰ੍ਹਾਂ ਸਿੱਖਾਂ ਅਤੇ ਪੰਥ ਨੂੰ ਵੀ ਆਉਣ ਵਾਲੀਆਂ ਮੁਸ਼ਕਲਾਂ ਤੋਂ ਸੁਰੱਖਿਅਤ ਰੱਖਿਆ ਜਾ ਸਕਦਾ ਹੈ। ਅੰਤ ਵਿੱਚ ਪਾਕਿਸਤਾਨ ਬਣਨ ਤੋਂ ਰੋਕਣ ਵਾਸਤੇ ਇਸ ਸਮਾਗਮ ਵਿੱਚ ਜਥੇਦਾਰ ਮੋਹਨ ਸਿੰਘ ਜੀ ਨਾਗੋਕੇ, ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਸ੍ਰੀ ਅੰਮ੍ਰਿਤਸਰ ਵਜੋਂ ਸਮੂਹ ਪੰਥ ਵਾਸਤੇ ਇਹ ਅਪੀਲ ਕੀਤੀ ਗਈ ਕਿ ਹਰ ਇੱਕ ਸਿੱਖ ਪ੍ਰਾਣੀ ਮਾਤਰ ਨੂੰ ਦੇਸ਼ ਅਤੇ ਮੰਤ ਨੂੰ ਇਸ ਮੁਸੀਬਤ ਤੋਂ ਬਚਾਉਣ ਲਈ ਤਿਆਰ ਬਰ ਤਿਆਰ ਰਹਿਣਾ ਚਾਹੀਦਾ ਹੈ। ਹਿੰਦੁਸਤਾਨ ਦੀ ਦੋ ਹਿੱਸਿਆਂ ਵਿੱਚ ਵੰਡ ਬਾਰੇ ਵਿਰੁੱਧ ਇਹ ਮਤਾ ਬਹੁਸੰਮਤੀ ਨਾਲ ਪਾਸ ਹੋ ਗਿਆ। ਅੰਗਰੇਜ਼ ਹਕੂਮਤ ਆਪਣੇ ਪਾੜੋ ਤੇ ਰਾਜ ਕਰੋ ਦੇ ਫਾਰਮੂਲੇ ਨੂੰ ਲਾਗੂ ਕਰਨ ਵਿੱਚ ਕਾਮਯਾਬ ਹੋ ਗਈ। ਹਿੰਦੁਸਤਾਨ ਦੇ ਦੋ ਹਿੱਸੇ ਹੋ ਰਹੇ ਸਨ। ਮੁਸਲਮਾਨ ਪਹਿਲਾਂ ਭਟਕੇ, ਫਿਰ ਭੂਤਰੇ ਤੇ ਅੰਤ ਦੰਗਈਆਂ ਦੇ ਰੂਪ ਵਿੱਚ ਭੜਕ ਗਏ। ਸਿੱਖ ਹਿੰਦੂ ਮੁਸਲਿਮ ਭਾਈਚਾਰਾ ਲੀਰੋ ਲੀਰ ਹੋਣਾ ਸ਼ੁਰੂ ਹੋ ਗਿਆ। ਸ੍ਰੀ ਗੁਰੂ ਰਾਮਦਾਸ ਜੀ ਵੱਲੋਂ ਰਸੋਈ ਨਗਰੀ ਅੰਮ੍ਰਿਤਸਰ ਸਿਫਤੀ ਦਾ ਘਰ ਹੈ। ਜਿਵੇਂ ਮੈਂ ਪਹਿਲਾਂ ਦੱਸ ਚੁੱਕੀ ਹਾਂ ਕਿ ਵੰਡ ਬਾਰੇ ਦੇ ਸਮੇਂ ਦੀਆਂ ਚਰਚਿਤ ਘਟਨਾਵਾਂ ਬਾਰੇ ਖੋਜ ਪੱਤਰ ਲਿਖਣ ਵਾਲੇ ਰਿਸਰਚ ਸਕਾਲਰਸ ਨੂੰ ਉਹ ਦੱਸਦੇ ਸਨ। ਅੰਮ੍ਰਿਤਸਰ ਸਿੱਖਾਂ ਦੀ ਭਗਤੀ ਤੇ ਸ਼ਕਤੀ ਦਾ ਕੇਂਦਰ ਹੈ। ਇਤਿਹਾਸ ਗਵਾਹ ਹੈ ਕਿ ਇੱਕੋ ਫਿਰਕੇ ਨਾਲ ਸੰਬੰਧਿਤ ਬਹੁਤੇ ਧਾੜੀਆਂ ਨੇ ਸਿੱਖਾਂ ਅਤੇ ਸ੍ਰੀ ਹਰਿਮੰਦਰ ਸਾਹਿਬ ਜੀ, ਸ੍ਰੀ ਅੰਮ੍ਰਿਤਸਰ ਨੂੰ ਹੀ ਹਮੇਸ਼ਾ ਆਪਣਾ ਨਿਸ਼ਾਨਾ ਬਣਾਇਆ। ਇਸ ਲਈ ਜਥੇਦਾਰ ਸਾਹਿਬ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਸੁਰੱਖਿਆ ਪ੍ਰਤੀ ਹਮੇਸ਼ਾ ਚੌਕਸੀ ਵਰਤਦੇ ਸਨ। ਉਹਨਾਂ ਨੂੰ ਖੁਫੀਆ ਖਬਰਾਂ ਵੀ ਮਿਲਦੀਆਂ ਰਹਿੰਦੀਆਂ ਸਨ। ਇੱਕ ਵਾਰੀ ਫਿਰ ਉਹੀ ਫਿਰਕੂ ਸੋਚ ਰੱਖਣ ਵਾਲੇ ਮੁਸਲਮਾਨ ਪਾਕਿਸਤਾਨ ਬਣ ਰਿਹਾ ਹੈ, ਇਸ ਦੇ ਲਈ ਟੋਲੀਆਂ ਬਣਾ ਕੇ ਲਲਕਾਰੇ ਮਾਰਨ ਲੱਗੇ। ਇੱਕ ਦਿਨ ਜਥੇਦਾਰ ਨਾਗੋਕੇ ਜੀ ਨੂੰ ਦਰਸ਼ਨੀ ਡਿਓੜੀ ਦੇ ਬਾਹਰ ਖੁਫੀਆ ਪੁਲਿਸ ਨੇ ਸੂਚਨਾ ਦਿੱਤੀ ਕਿ ਸ਼ਰੀਫਪੁਰਾ ਮੁਹੱਲੇ ਵਿੱਚ ਕੁਝ ਜਨੂਨੀ ਮੁਸਲਮਾਨ ਇਕੱਠੇ ਹੋ ਕੇ ਸ੍ਰੀ ਹਰਿਮੰਦਰ ਸਾਹਿਬ ਤੇ ਹਮਲਾ ਕਰਨ ਦੀਆਂ ਵਿਉਂਤਾਂ ਬਣਾ ਰਹੇ ਹਨ। ਕਿਧਰੋਂ ਦੇ ਕਿਵੇਂ ਹਮਲਾ ਕਰਨ ਦੀ ਸਾਜ਼ਿਸ਼ ਵੀ ਤਿਆਰ ਹੈ। ਫਿਰ ਖਬਰ ਮਿਲੀ ਕਿ ਉਹ ਫਿਰਕੂ ਜਨੂਨੀ ਹਥਿਆਰਬੰਦ ਹੋ ਕੇ ਨਾਰੇ ਲਗਾਉਂਦੇ ਇੱਧਰ ਭੱਜੇ ਆ ਰਹੇ ਹਨ। ਦਰਸ਼ਨੀ ਡਿਓੜੀ ਦੇ ਬਾਹਰ ਸੁਰੱਖਿਆ ਲਈ ਜਥੇਦਾਰ ਜੀ ਨਾਲ ਕੁਝ ਸਿੰਘ ਵੀ ਮੌਜੂਦ ਸਨ। ਜਦੋਂ ਦਗਈ ਇੱਕ ਅੱਧੀ ਫਰਲਾਂਗ ਦੀ ਦੂਰੀ ਤੇ ਹੀ ਸਨ ਤਾਂ ਜਥੇਦਾਰ ਜੀ ਵੱਡੀ ਸ੍ਰੀ ਸਾਹਿਬ ਲਹਿਰਾਉਂਦੇ ਮੁਕਾਬਲੇ ਲਈ ਲਲਕਾਰਦੇ ਹੋਏ ਇਕੱਲੇ ਹੀ ਜਨੂਨੀ ਭੀੜ ਵੱਲ ਭੱਜ ਉੱਠੇ। ਭੀੜ ਨੂੰ ਤਾਂ ਜਿਵੇਂ ਸੱਪ ਸੁੰਘ ਗਿਆ। ਉਹ ਆਪ ਦੱਸਦੇ ਸਨ ਕਿ ਫਿਰਕੂ ਜਨੂਨੀ ਇਸ ਤਰ੍ਹਾਂ ਦੇ ਮੁਕਾਬਲੇ ਲਈ ਜਾਂ ਤਾਂ ਤਿਆਰ ਨਹੀਂ ਸਨ ਜਾਂ ਉਹਨਾਂ ਨੂੰ ਮੇਰੇ ਵਿੱਚੋਂ ਪਤਾ ਨਹੀਂ ਕੀ ਦਿਸਿਆ। ਉਹ ਚੀਕਾਂ ਮਾਰਦੇ ਇੱਕ ਦੂਜੇ ਤੋਂ ਅੱਗੇ ਲੱਗ ਕੇ ਇੱਧਰ ਉੱਧਰ ਡਿੱਗਦੇ ਢਹਿੰਦੇ ਜਿਵੇਂ ਕਿਵੇਂ ਸਿਰ ਤੇ ਪੈਰ ਰੱਖ ਕੇ ਦੌੜਦੇ। ਇਸ ਘਟਨਾ ਦੇ ਚਸ਼ਮਦੀਦ ਵੀ ਦੱਸਦੇ ਹਨ ਕਿ ਜਥੇਦਾਰ ਜੀ ਉੱਚੇ ਲੰਮੇ ਸੁੰਦਰ ਜਵਾਨ ਦਰਸ਼ਨੀ ਦਗ-ਦਗ ਕਰਦਾ ਚਿਹਰਾ ਅੰਮ੍ਰਿਤਧਾਰੀ ਗੁਰਸਿੱਖ ਹੋਣ ਕਰਕੇ ਪਹਿਲਾਂ ਹੀ ਬਹੁਤ ਪ੍ਰਭਾਵਸ਼ਾਲੀ ਸ਼ਖਸੀਅਤ ਦੇ ਮਾਲਕ ਸਨ। ਪਰ ਜਦੋਂ ਉਹ ਅਚਾਨਕ ਇਕੱਲੇ ਹੀ ਸ਼੍ਰੀ ਸਾਹਿਬ ਹੱਥ ਵਿੱਚ ਲੈ ਕੇ ਫਿਰਕੂ ਤੇ ਭੂਤਰੀ ਭੀੜ ਵੱਲ ਦੌੜੇ ਤਾਂ ਉਸ ਵਕਤ ਉਹ ਬਿਲਕੁਲ ਪੁਰਾਤਨ ਦਰਸ਼ਨੀ ਸਿੰਘਾਂ ਦੇ ਰੂਪ ਵਿੱਚ ਹੀ ਨਜ਼ਰ ਆਏ। ਸਭ ਹੈਰਾਨ। ਇੱਕ ਪੜ੍ਹਿਆ ਲਿਖਿਆ ਜਥੇਦਾਰ ਪ੍ਰਧਾਨ ਇਸ ਤਰ੍ਹਾਂ ਦਾ ਫੌਰੀ ਫੈਸਲਾ ਲੈ ਕੇ ਇਕੱਲਾ ਹੀ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਪਵਿੱਤਰਤਾ ਕਾਇਮ ਰੱਖਣ ਲਈ ਸਿਰ ਕਾੜ ਦੀ ਬਾਜੀ ਲਗਾ ਕੇ ਇੱਕ ਫਿਰਕੇ ਦੇ ਦੰਗਈਆਂ ਦੀ ਭੀੜ ਵੱਲ ਭੱਜ ਉੱਠੇ। ਮੈਂ ਸਮਝਦੀ ਹਾਂ ਕਈ ਵਾਰ ਵਿਅਕਤੀਗਤ ਤੌਰ ਤੇ ਲਏ ਗਏ ਫੌਰੀ ਫੈਸਲੇ ਵੱਡੇ ਸੋਚੇ ਭੋਗੇ ਫੈਸਲਿਆਂ ਤੇ ਭਾਰੂ ਪੈ ਜਾਂਦੇ ਹਨ ਅਤੇ ਵੱਡੀਆਂ ਹੋਣੀਆਂ ਟਾਲ ਦਿੰਦੇ ਹਨ।
ਇਹੋ ਜਿਹੀ ਫਿਰਕੂ ਭੀੜ ਨੂੰ ਧਾਰਮਿਕ ਸਥਲਾਂ ਤੋਂ ਦੂਰ ਰੱਖਣ ਲਈ ਜਥੇਦਾਰ ਸਾਹਿਬ ਨੇ ਉਪਰੰਤ ਇੱਕ ਦੋ ਸਿੰਘਾਂ ਦੇ ਹੱਥ ਨਾਗੋ ਕੀ ਖਡੂਰ ਸਾਹਿਬ ਤੋਂ ਕੁਝ ਸਿਆਣੇ ਸੂਝ-ਬੂਝ ਵਾਲੇ ਸਿੱਖਾਂ ਨੂੰ ਫੌਰੀ ਮਦਦ ਕਰਨ ਆਉਣ ਦਾ ਸੰਦੇਸ਼ਾ ਭੇਜਿਆ। ਕਿਉਂਕਿ ਫਿਰਕੂ ਦੰਗਾਕਾਰੀ ਜਨੂਨੀ ਧਾਰਮਿਕ ਨਾਰੇ ਲਗਾ ਕੇ ਟੁੱਟਾਂ ਖੋਹਾਂ ਤੇ ਮਾਰ ਕਾਟ ਵੀ ਕਰਨ ਲੱਗ ਪਏ ਸਨ। ਸਬੱਬ ਨਾਲ ਖਡੂਰ ਸਾਹਿਬ ਵਿਖੇ ਇੱਕ ਦੀਵਾਨ ਸਜਿਆ ਹੋਇਆ ਸੀ। ਸਰਦਾਰ ਸੀਤਲ ਸਿੰਘ ਜੀ ਦਾ ਢਾਡੀ ਜਥਾ ਸਟੇਜ ਤੇ ਸੀ। ਨਾਲ ਲੱਗਦੇ ਪਿੰਡਾਂ ਦੀ ਵੱਡੀ ਗਿਣਤੀ ਵਿੱਚ ਸੰਗਤ ਇੱਥੇ ਹਾਜ਼ਰੀ ਭਰ ਰਹੀ ਸੀ। ਇੱਥੇ ਉਹਨਾਂ ਨੂੰ ਜਥੇਦਾਰ ਜੀ ਦਾ ਸੰਦੇਸ਼ ਮਿਲ ਗਿਆ। ਦੀਵਾਨ ਦੀ ਸਮਾਪਤੀ ਉਪਰੰਤ ਸਾਰੇ ਮੋਤਬਰ ਤੇ ਸਿਆਣੇ ਸੱਜਣ ਅੰਮ੍ਰਿਤਸਰ ਵੱਲ ਚੱਲ ਪਏ। ਰਾਹ ਵਿੱਚ ਕੁਝ ਹੋਰ ਸਿੱਖ ਵੀ ਸ਼ਾਮਲ ਹੋ ਗਏ। ਇਸ ਤਰ੍ਹਾਂ ਇੱਕ ਚੰਗਾ ਦਲ ਬਲ ਅੰਮ੍ਰਿਤਸਰ ਦੇ ਨੇੜੇ ਪਹੁੰਚ ਗਿਆ। ਉਹਨਾਂ ਨੂੰ ਸ੍ਰੀ ਹਰਿਮੰਦਰ ਸਾਹਿਬ ਜੀ ਵੱਲ ਆਉਣ ਵਾਲੇ ਸਾਰੇ ਚੌਰਾਹਿਆਂ ਦੀ ਸੁਰੱਖਿਆ ਦੇ ਪ੍ਰਬੰਧਾਂ ਤੇ ਲਗਾ ਦਿੱਤਾ ਗਿਆ। ਜਥੇਦਾਰ ਜੀ ਵੀ ਸਾਰੇ ਪਾਸੇ ਚੱਕਰ ਲਗਾਉਂਦੇ ਰਹਿੰਦੇ, ਆਓ ਕਿਹੜਾ ਆਉਂਦਾ ਹੈ। ਹੁਣ ਤੱਕ ਇਹ ਤਾਂ ਸਾਫ਼ ਹੋ ਹੀ ਗਿਆ ਸੀ ਕਿ ਹਿੰਦੁਸਤਾਨ ਦੋ ਹਿੱਸਿਆਂ ਵਿੱਚ ਵੰਡਿਆ ਹੀ ਜਾਵੇਗਾ। ਇਸ ਵਕਤ ਪੰਜਾਬੀ ਅਤੇ ਖਾਸ ਤੌਰ ਤੇ ਸਿੱਖਾਂ ਦੇ ਸਿਰ ਤੇ ਵੰਡ ਦੀ ਤਲਵਾਰ ਲਟਕ ਗਈ। ਇਸ ਰਾਹੀਂ ਸਿੱਖਾਂ ਦੇ ਬਹੁਤ ਸਾਰੇ ਇਤਿਹਾਸਕ ਗੁਰਦੁਆਰਾ ਸਾਹਿਬ ਅਤੇ ਪੰਜਾਬੀ ਸਿੱਖ ਭਾਈਚਾਰੇ ਅਤੇ ਖੇਤੀ ਕਿਸਾਨਾਂ ਵੱਲੋਂ ਕਰੜੀ ਮਿਹਨਤ ਨਾਲ ਸਵਾਰਿਆ ਗਿਆ ਲਗਭਗ ਸਾਰਾ ਹੀ ਪੱਛਮੀ ਪੰਜਾਬ ਉਸਦੇ ਖੁਸ਼ਹਾਲ ਇਲਾਕੇ ਪਾਕਿਸਤਾਨ ਵਿੱਚ ਸ਼ਾਮਲ ਕਰ ਦਿੱਤੇ ਜਾਣੇ ਸਨ। ਇਸੇ ਲਈ ਤਾਂ ਮੁਸਲਮਾਨਾਂ ਨੇ ਵੀ ਸਭ ਤੋਂ ਵੱਧ ਅਤਿਆਚਾਰ ਸਿੱਖਾਂ ਉੱਪਰ ਹੀ ਕੀਤਾ। ਸਿੱਖਾਂ ਦੇ ਘਰ-ਬਾਰ ਲੁੱਟ ਕੇ ਅੱਗ ਲਗਾ ਦਿੱਤੀ ਗਈ, ਬਹੂ ਬੇਟੀਆਂ ਦੀ ਬੇਪਤੀ ਕੀਤੀ ਗਈ। ਪੱਛਮੀ ਪੰਜਾਬ ਵਿੱਚ ਮੁਸਲਮਾਨਾਂ ਦੇ ਅਤਿਆਚਾਰਾਂ ਤੋਂ ਤੰਗ ਲੋਕ ਕੈਂਪਾਂ ਵਿੱਚ ਇਕੱਠੇ ਹੋਣ ਲੱਗੇ। ਜਥੇਦਾਰ ਨਾਗੋਕੇ ਜੀ ਸਭ ਤੋਂ ਪਹਿਲਾਂ ਰਾਹਤ ਸਮੱਗਰੀ, ਦਵਾਈਆਂ ਆਦਿ ਲੈ ਕੇ ਇਹਨਾਂ ਕੈਂਪਾਂ ਵਿੱਚ ਪਹੁੰਚੇ। ਆਪਣੇ ਸਿੱਖ ਭੈਣ ਭਰਾਵਾਂ ਤੇ ਹਿੰਦੂ ਵੀਰਾਂ ਭੈਣਾਂ ਦੀ ਨਿਡਰ ਹੋ ਕੇ ਅਤੇ ਤਨ ਮਨ ਧਨ ਨਾਲ ਸੇਵਾ ਸ਼ੁਰੂ ਕੀਤੀ, ਜਿਸ ਲਈ ਰਾਸ਼ਨ ਪਾਣੀ, ਦੁੱਧ, ਕੱਪੜੇ, ਬਿਸਤਰੇ ਤੇ ਹੋਰ ਨਿੱਤਾ ਪ੍ਰਤੀ ਵਰਤਣਯੋਗ ਚੀਜ਼ਾਂ ਪਹੁੰਚਾਉਣ ਲਈ ਉਹਨਾਂ ਨੇ ਐਸਜੀਪੀਸੀ ਦੇ ਵੀ ਸਾਰੇ ਰਿਸੋਰਸਿਸ ਇਸ ਮਦਦ ਲਈ ਖੋਲ੍ਹ ਦਿੱਤੇ। ਉਸ ਦੇ ਨੁਮਾਇੰਦੇ ਕਾਰਕੁਨ ਜੀ ਜਾਨ ਨਾਲ ਕੈਂਪਾਂ ਵਿੱਚ ਮਦਦ ਕਰਨ ਲੱਗੇ। ਪੂਰਬੀ ਪੰਜਾਬ ਦੇ ਪਿੰਡਾਂ ਦੇ ਸਿਰਕੱਢ ਸੱਜਣਾਂ ਤੇ ਨੌਜਵਾਨਾਂ ਦੇ ਛੋਟੇ-ਛੋਟੇ ਗਰੁੱਪ ਟੋਲੇ ਦਸਤੇ ਬਣਾ ਕੇ ਵੱਖ-ਵੱਖ ਕੈਂਪਾਂ ਵਿੱਚ ਰਾਹਤ ਸਮੱਗਰੀ ਦੇ ਕੇ ਭੇਜਣੇ ਸ਼ੁਰੂ ਕੀਤੇ। ਸੈਂਕੜੇ ਹੱਥ ਮਦਦ ਲਈ ਦਿਨ ਰਾਤ ਇੱਕ ਕਰ ਰਹੇ ਸਨ। ਦੰਗੇ ਫਸਾਦ ਦੌਰਾਨ ਹੋਈ ਜ਼ਖਮੀਆਂ ਤੇ ਬਿਮਾਰਾਂ ਦੀ ਸੇਵਾ ਸੰਭਾਲ ਆਦਿ ਅਨੇਕ ਹੋਰ ਕੰਮ ਵੀ ਸਨ। ਪੂਰਬੀ ਪੰਜਾਬ ਦੀ ਸਿਰਕੱਢ ਲੀਡਰਸ਼ਿਪ ਦੀ ਮੋਹਲੀ ਕਤਾਰ ਵਿੱਚ ਜਥੇਦਾਰ ਨਾਗੋਕੇ ਜੀ ਦੀ ਮਦਦ ਕਰ ਰਹੀ ਸੀ। ਹਿੰਦੁਸਤਾਨ ਅੰਗਰੇਜ਼ੀ ਹਕੂਮਤ ਸਾਮਰਾਜ ਤੋਂ ਆਜ਼ਾਦ ਹੋ ਰਿਹਾ ਸੀ, ਪਰ ਇਸ ਦੇ ਨਾਲ ਹੀ ਮੁਲਕ ਦੇ ਦੋ ਹਿੱਸੇ ਵੀ ਹੋ ਰਹੇ ਸਨ। ਇਸ ਤਰ੍ਹਾਂ ਪੱਛਮੀ ਪੰਜਾਬ ਪਾਕਿਸਤਾਨ ਵਿੱਚ ਚਲਾ ਗਿਆ ਤੇ ਪੂਰਬੀ ਪੰਜਾਬ ਹਿੰਦੁਸਤਾਨ ਵਿੱਚ ਸ਼ਾਮਲ ਰੱਖਿਆ ਗਿਆ। ਇਸੇ ਤਰ੍ਹਾਂ ਪੂਰਬੀ ਬੰਗਾਲ ਪਾਕਿਸਤਾਨ ਕੋਲ ਚਲਾ ਗਿਆ ਤੇ ਪੱਛਮੀ ਬੰਗਾਲ ਹਿੰਦੁਸਤਾਨ ਵਿੱਚ ਸ਼ਾਮਲ ਰੱਖਿਆ ਗਿਆ। ਦੋਹਾਂ ਪਾਸਿਆਂ ਦੀ ਕੌਮੀ ਲੀਡਰਸ਼ਿਪ ਅਤੇ ਕੁਝ ਲੋਕਲ ਲੀਡਰਾਂ ਦਾ ਪਹਿਲਾਂ ਦਾ ਵਿਚਾਰ ਸੀ ਕਿ ਆਬਾਦੀ ਦਾ ਤਬਾਦਲਾ ਪੂਰਨ ਰੂਪ ਵਿੱਚ ਨਹੀਂ ਹੋਵੇਗਾ। ਭਾਵ ਸਿੱਖ, ਹਿੰਦੂ ਤੇ ਮੁਸਲਮਾਨ ਇਕੱਠੇ ਰਹਿਣਾ ਆਪਣੀ ਹੋਣੀ ਮੰਨ ਲੈਣ, ਜਿੱਥੇ ਤੇ ਜਿਵੇਂ ਟਿਕੇ ਰਹਿਣਗੇ। ਪਰੰਤੂ ਪੱਛਮੀ ਪੰਜਾਬ ਦੀ ਫਿਰਕਾਪ੍ਰਸਤ ਮਾਨਸਿਕਤਾ ਰੱਖਣ ਵਾਲਿਆਂ ਦੇ ਦਿਮਾਗ ਦਾ ਕੁਝ ਹੋਰ ਹੀ ਪਲਾਨ ਉਲੀਕ ਰਹੇ ਸਨ, ਜਿਸ ਰਾਹੀਂ ਹਿੰਦੂਆਂ ਤੇ ਸਿੱਖਾਂ ਨੂੰ ਪੱਕੇ ਤੌਰ ਤੇ ਪਾਕਿਸਤਾਨ ਵਿੱਚੋਂ ਹਰ ਹਾਲ ਵਿੱਚ ਕੱਢ ਦੇਣਾ। ਉਹਨਾਂ ਨੇ ਆਪਣੀਆਂ ਲਾਲਚੀ ਨਜ਼ਰਾਂ ਜ਼ਮੀਨਾਂ, ਜਾਇਦਾਦਾਂ, ਭਰਾਈ ਘਰਾਂ ਉੱਪਰ ਕਬਜ਼ਾ ਕਰਨ ਤੇ ਟਿਕਾ ਲਈਆਂ ਸਨ। ਦੂਜੇ ਪਾਸੇ ਹਿੰਦੂ ਸਿੱਖ ਸੋਚਦੇ ਸਨ ਕਿ ਸਾਨੂੰ ਸ਼ਾਇਦ ਜ਼ਮੀਨਾਂ, ਜਾਇਦਾਦ, ਘਰ ਆਦਿ ਛੱਡਣੇ ਹੀ ਨਾ ਪੈਣ। ਪਰ ਕੱਟੜਵਾਦੀ ਸੋਚ ਰੱਖਣ ਵਾਲਿਆਂ ਨੇ ਐਲਾਨ ਕਰਨੀ ਸ਼ੁਰੂ ਕਰ ਦਿੱਤੇ ਕਿ ਜਿਸਨੇ ਵੀ ਪਾਕਿਸਤਾਨ ਵਿੱਚ ਰਹਿਣਾ ਹੈ ਉਸ ਨੂੰ ਧਰਮ ਤਬਦੀਲ ਕਰਨਾ ਪਵੇਗਾ, ਭਾਵ ਇਸਲਾਮ ਧਰਮ ਕਬੂਲ ਕਰਨਾ ਪਵੇਗਾ। ਦੋਹੇ ਪਾਸੇ ਭਾਂਤ-ਭਾਂਤ ਦੀਆਂ ਅਫਵਾਹਾਂ ਦਾ ਬਾਜ਼ਾਰ ਵੀ ਗਰਮ ਸੀ। ਉਹ ਵੀ ਬਲਦੀ ਤੇ ਤੇਲ ਪਾਉਣ ਦਾ ਕੰਮ ਕਰਦਾ ਸੀ। ਇਹਨਾਂ ਹਾਲਾਤਾਂ ਵਿੱਚ ਸਿੱਖਾਂ ਨੇ ਤਾਂ ਪੱਕਾ ਫੈਸਲਾ ਕਰ ਲਿਆ ਕਿ ਉਹ ਆਪਣਾ ਧਰਮ ਨਹੀਂ ਬਦਲਣਗੇ ਅਤੇ ਜਾਇਦਾਦਾਂ ਛੱਡ ਕੇ ਪੂਰਬੀ ਪੰਜਾਬ ਵਿੱਚ ਚਲੇ ਜਾਣਗੇ। ਇਸ ਲਈ ਉਹ ਕਾਫਲੇ ਬਣਾ ਕੇ ਹਿੰਦੁਸਤਾਨ ਵੱਲ ਚੱਲ ਵੀ ਪਏ। ਪੱਛਮੀ ਪੰਜਾਬ ਵਿੱਚ ਲੱਗਣ ਵਾਲੇ ਕੈਂਪ ਹੁਣ ਪੂਰਬੀ ਪੰਜਾਬ ਵਿੱਚ ਲੱਗਣ ਲੱਗ ਗਏ। ਮੁਸਲਮਾਨ ਪਾਕਿਸਤਾਨ ਬਣਾਉਣ ਦੇ ਹਾਮੀ ਬਣ ਗਏ ਸਨ। ਇਸ ਤਰ੍ਹਾਂ ਫਿਰਕੂ ਸੋਚ ਰੱਖਣ ਵਾਲੇ ਮੁਸਲਮਾਨਾਂ ਨੇ ਹਿੰਦੂ ਸਿੱਖਾਂ ਉੱਪਰ ਫਿਰਕੂ ਹਮਲੇ ਕਰਨੇ ਸ਼ੁਰੂ ਕਰ ਦਿੱਤੇ।
ਕਿਉਂਕਿ ਉਹਨਾਂ ਨੂੰ ਤਾਂ ਨਵਾਂ ਮੁਲਕ ਮਿਲ ਰਿਹਾ ਸੀ। ਉਹ ਪੁੱਤਰ ਚੁੱਕੇ ਸਨ ਤੇ ਪੁੱਤਰੀ ਭੀੜ ਹਮੇਸ਼ਾ ਬੇਕਾਬੂ ਹੁੰਦੀ ਹੈ। ਸਾਡੇ ਹੀ ਵਜੂਦ ਵਿੱਚੋਂ ਨਿਕਲੇ ਪਾਕਿਸਤਾਨ ਦੇ ਹੱਕ ਵਿੱਚ ਫਿਰਕੂ ਸੂਰ ਸਿੱਖਾਂ ਵਾਲੇ ਕੁਝ ਮੁਸਲਮਾਨ ਧਾਰਮਿਕ ਸਥਲਾਂ ਦੇ ਉੱਤੇ ਹਮਲੇ ਕਰਨ ਦੀਆਂ ਵਿਉਂਤਾਂ ਬਣਾਉਣ ਵਿੱਚ ਲਗਾਤਾਰ ਲੱਗੇ ਰਹੇ। ਜਥੇਦਾਰ ਸਾਹਿਬ ਨੇ ਅੰਮ੍ਰਿਤਸਰ, ਗੁਰਦਾਸਪੁਰ, ਫਿਰੋਜ਼ਪੁਰ, ਮੋਗਾ ਆਦਿ ਦੇ ਇਲਾਕਿਆਂ ਵਿੱਚ ਅਮਨ ਸ਼ਾਂਤੀ ਅਤੇ ਫਿਰਕੂ ਭਾਈਚਾਰਾ ਹਰ ਹਾਲਾਤ ਵਿੱਚ ਕਾਇਮ ਰੱਖਣ ਲਈ ਅਮਨ ਕਮੇਟੀਆਂ ਅਤੇ ਡਿਫੈਂਸ ਕਮੇਟੀਆਂ ਬਣਵਾਈਆਂ, ਜਿਨ੍ਹਾਂ ਦੇ ਸੁਪਰ ਸਿਆਣੇ ਮੈਂਬਰ ਆਪਣੇ ਆਪਣੇ ਇਲਾਕੇ ਵਿੱਚ ਭਾਈਚਾਰਾ ਬਣਾਈ ਰੱਖਣ ਦੀਆਂ ਅਪੀਲਾਂ ਕਰਨ ਲੱਗੇ। ਗੁਰਦੁਆਰਾ ਖਡੂਰ ਸਾਹਿਬ, ਗੋਇੰਦਵਾਲ ਸਾਹਿਬ, ਤਰਨਤਾਰਨ ਸਾਹਿਬ, ਬਾਬਾ ਬਕਾਲਾ ਸਾਹਿਬ ਅਤੇ ਬਾਕੀ ਵੀ ਸਾਰੇ ਪੰਜਾਬ ਦੇ ਪਿੰਡਾਂ ਤੇ ਸ਼ਹਿਰਾਂ ਦੇ ਇਤਿਹਾਸਿਕ ਗੁਰਦੁਆਰਾ ਸਾਹਿਬ ਦੀ ਸੁਰੱਖਿਆ ਦੇ ਪ੍ਰਬੰਧਾਂ ਉੱਤੇ ਉਹਨਾਂ ਦੀਆਂ ਅੱਖਾਂ ਨੇ ਇੱਕ ਰਡਾਰ ਵਾਂਗ ਨਜ਼ਰ ਜਮਾਈ ਹੋਈ ਸੀ। ਇਸੇ ਲਈ ਇਤਿਹਾਸ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਜਥੇਦਾਰ ਮੋਹਨ ਸਿੰਘ ਜੀ ਨਾਗੋਕੇ ਵੱਲੋਂ ਕੀਤੇ ਗਏ ਪੁਖਤਾ ਪ੍ਰਬੰਧਾਂ ਅਤੇ ਸਹਿਯੋਗ ਅਗਵਾਈ ਸਦਕਾ ਹਰ ਜਗ੍ਹਾ ਗੁਰਦੁਆਰਾ ਸਾਹਿਬ, ਮੰਦਰ ਤੇ ਮਸੀਤਾਂ ਫਿਰਕੂ, ਜਨੂਨੀ ਤੇ ਸ਼ਰਾਰਤੀ ਦੰਗਈਆਂ ਦੀਆਂ ਪੀੜਾਂ ਤੋਂ ਸੁਰੱਖਿਅਤ ਰਹੇ। ਜਿਸ ਵਕਤ ਮੁਸਲਿਮ ਫਿਰਕੂ ਜਨੂਨੀ ਟੋਲੇ ਮਾਰ ਧਾੜ, ਅਗਜ਼ਨੀ ਤੇ ਸਿੱਖਾਂ ਤੇ ਹਿੰਦੂਆਂ ਦੀ ਲੁੱਟ ਮਾਰ ਕਰਨ ਵਾਲੀਆਂ ਭੀੜਾਂ ਦਾ ਹਿੱਸਾ ਸਨ, ਉਸ ਵੇਲੇ ਕੁਝ ਮੁਸਲਿਮ ਔਰਤਾਂ ਆਪਣੇ ਪਰਿਵਾਰਾਂ ਤੋਂ ਵਿਛੜ ਗਈਆਂ। ਜਦੋਂ ਇਹਨਾਂ ਬਾਰੇ ਖਬਰ ਜਥੇਦਾਰ ਨਾਗੋਕੇ ਜੀ ਤੱਕ ਪਹੁੰਚੀ, ਉਹਨਾਂ ਨੂੰ ਫਿਕਰ ਹੋਇਆ ਕਿ ਉਹ ਕਿਤੇ ਗਲਤ ਅਨਸਰਾਂ ਦੇ ਕਾਬੂ ਨਾ ਆ ਜਾਣ। ਉਹਨਾਂ ਨੇ ਤੁਰੰਤ ਪ੍ਰਸ਼ਾਸਨ ਨੂੰ ਸੂਚਿਤ ਕਰਕੇ ਸੁਰੱਖਿਆ ਪ੍ਰਦਾਨ ਕਰਵਾਈ। ਉਹਨਾਂ ਦੇ ਨਾਮ, ਘਰ ਦੇ ਪਤੇ ਦੀ ਤੁਰੰਤ ਸੂਚੀ ਤਿਆਰ ਕਰਵਾਈ ਗਈ ਤਾਂ ਜੋ ਉਹ ਸਹੀ ਸਲਾਮਤ ਆਪਣੇ ਵਾਰਸਾਂ ਕੋਲ ਪਹੁੰਚ ਸਕਣ। ਇਸ ਤਰ੍ਹਾਂ ਉਹਨਾਂ ਬੇਸਹਾਰਾ ਔਰਤਾਂ ਲਈ ਸ਼ੇਰੀਅਰ ਇੱਕ ਫਰਿਸ਼ਤਾ ਸਾਬਤ ਹੋਏ। ਉਹਨਾਂ ਬਹੁ ਬੇਟੀਆਂ ਨੂੰ ਅਦਬ ਸਤਿਕਾਰ ਨਾਲ ਮੁਸਲਮਾਨਾਂ ਲਈ ਬਣੇ ਰਾਹਤ ਕੈਂਪਾਂ ਵਿੱਚ ਸੁਰੱਖਿਅਤ ਪਹੁੰਚਾ ਦਿੱਤਾ ਗਿਆ। ਇਸੇ ਲੜੀ ਵਿੱਚ ਉਹਨਾਂ ਨੇ ਆਪਣੇ ਪਰਿਵਾਰਾਂ ਤੋਂ ਵਿਛੜ ਗਈਆਂ ਬੱਚੀਆਂ ਤੇ ਛੋਟੇ ਬੱਚਿਆਂ ਨੂੰ ਰਾਹਤ ਕੈਂਪਾਂ ਵਿੱਚ ਪਹੁੰਚਾਉਣ ਲਈ ਅੰਮ੍ਰਿਤਸਰ, ਗੁਰਦਾਸਪੁਰ ਦੇ ਸਾਰੇ ਇਲਾਕਿਆਂ ਵਿੱਚੋਂ ਆਪਣੀਆਂ ਟੀਮਾਂ ਰਾਹੀਂ ਸੂਚਨਾ ਇਕੱਠੀ ਕੀਤੀ। ਇਹਨਾਂ ਘਟਨਾਵਾਂ ਤੋਂ ਬਾਅਦ ਜਥੇਦਾਰ ਸਾਹਿਬ ਜੀ ਦੀ ਨੇਕ ਦਿਲੀ ਅਤੇ ਪ੍ਰਾਣ ਦਿਲੀ ਦੀ ਪ੍ਰਸ਼ੰਸਾ ਸਾਰੇ ਪਾਸੇ ਹੋਣ ਲੱਗੀ। ਜਥੇਦਾਰ ਨਾਗੋਕੇ ਜੀ ਦੀ ਪ੍ਰਸ਼ੰਸਾ ਸਿਰਫ ਸਿੱਖ ਤੇ ਹਿੰਦੂ ਹੀ ਨਹੀਂ, ਸਗੋਂ ਮੁਸਲਮਾਨ ਵੀ ਦਿਲ ਖੋਲ੍ਹ ਕੇ ਤਾਰੀਫ ਕਰਨ ਲੱਗੇ। ਇਸ ਬਚਾਓ ਮੁਹਿੰਮ ਰੈਸਕਿਊ ਲਈ ਉਹਨਾਂ ਨੇ ਅੰਮ੍ਰਿਤਸਰ, ਗੁਰਦਾਸਪੁਰ ਦੇ ਸ਼ਹਿਰਾਂ ਦੇ ਗਲੀ ਮੁਹੱਲਿਆਂ ਵਿੱਚ ਵੀ ਸਭ ਨੂੰ ਸੰਦੇਸ਼ ਦਿੱਤਾ ਕਿ ਕਿਸੇ ਵੀ ਧਰਮ ਦੇ ਇਸਤਰੀ, ਮਰਦ, ਬੱਚੇ ਦੇ ਇਕੱਲੇ ਰਹਿ ਜਾਣ ਦੀ ਸੂਚਨਾ ਫੌਰੀ ਤੌਰ ਤੇ ਦਿੱਤੀ ਜਾਵੇ ਤਾਂ ਜੋ ਉਹਨਾਂ ਦਾ ਰੈਸਕਿਊ ਹੋ ਸਕੇ। ਇਸੇ ਲਈ ਕਈ ਇਤਿਹਾਸਕਾਰ ਆਪ ਜੀ ਨੂੰ ਪਾਰਟੀਸ਼ਨ ਸਮੇਂ ਦੇ ਰਾਖੇ ਸੇਵੀਅਰ ਵਜੋਂ ਵੀ ਯਾਦ ਕਰਦੇ ਹਨ। ਅੱਖੀਂ ਵੇਖ ਨਾ ਰਜੀਆਂ ਉਹ ਰੰਗ ਤਮਾਸ਼ੇ, ਪਰੰਤੂ ਇਸ ਅਟਲ ਸੱਚਾਈ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਪੱਛਮੀ ਪੰਜਾਬ ਵਿੱਚ ਤਾਂ ਸ਼ਾਇਦ ਪਾੜ ਹੀ ਗੇਤ ਨੂੰ ਖਾਣ ਲੱਗੀ। ਇਸੇ ਲਈ ਤਾਂ ਹਜ਼ਾਰਾਂ ਸਿੱਖ ਅਤੇ ਹਿੰਦੂ ਭੈਣਾਂ ਉਤਰੀ ਭੀੜ ਦੇ ਹੱਥ ਨਾ ਆਉਣ ਅਤੇ ਆਪਣੀ ਇੱਜ਼ਤ ਬਚਾਉਣ ਲਈ ਖੂਹਾਂ ਤੇ ਖੂਹਾਂ ਦੀ ਭੇਂਟ ਚੜ ਗਈ। ਮੈਨੂੰ ਦੱਸਿਆ ਗਿਆ ਸੀ ਕਿ ਕਈ ਥਾਈਂ ਜਿੱਥੇ ਖੂਹਾਂ ਭਰ ਗਈਆਂ, ਜਦੋਂ ਕੋਈ ਛਾਲ ਮਾਰਨ ਲੱਗਦੀ ਤਾਂ ਖੂਹੀ ਵਿੱਚੋਂ ਆਵਾਜ਼ ਆਉਂਦੀ, ਜਿੱਥੇ ਪਾਣੀ ਘੱਟ ਹੈ ਹੋਰ ਕਿਤੇ ਜਾ ਕੇ ਦੋ। ਜਥੇਦਾਰ ਜੀ ਦੇ ਪਿੱਛੇ ਪਿੰਡ ਨਾਗੋਕੇ ਵਿਖੇ ਉਹਨਾਂ ਦੇ ਮਾਤਾ ਜੀ, ਮਦਰ ਇਨ ਲਾ, ਪਤਨੀ, 4 ਬੇਟੀਆਂ, 2 ਬੇਟੇ, ਭਾਵ ਇੱਕ ਭਰਿਆ ਪੂਰਾ ਪਰਿਵਾਰ ਸੀ। ਉਹ ਪਰਿਵਾਰ ਦੇ ਬੱਚਿਆਂ ਦੀ ਅਹਿਮੀਅਤ ਅਤੇ ਆਪਣੀ ਜ਼ਿੰਮੇਵਾਰੀ ਵੀ ਸਮਝਦੇ ਸਨ। ਇਸ ਜ਼ਿੰਮੇਵਾਰੀ ਨੂੰ ਨਿਭਾਉਣ ਵਿੱਚ ਉਹਨਾਂ ਦੀ ਧਰਮ ਪਤਨੀ ਸਰਦਾਰਨੀ ਤੇਜ ਕੌਰ ਜੀ ਹਰ ਸਮੇਂ ਉਹਨਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਰਹੇ, ਕਿਉਂਕਿ ਉਹ ਜਾਣਦੇ ਸਨ ਕਿ ਉਹਨਾਂ ਦੇ ਪਤੀ ਦਾ ਜੀਵਨ ਦੇਸ਼, ਕੌਮ ਤੇ ਪੰਥ ਦੀ ਸੇਵਾ ਲਈ ਪੂਰੀ ਤਰ੍ਹਾਂ ਸਮਰਪਿਤ ਹੈ। ਇਸੇ ਲਈ ਉਹਨਾਂ ਨੇ ਬੱਚਿਆਂ, ਘਰ, ਪਰਿਵਾਰ, ਰਿਸ਼ਤੇਦਾਰ, ਸਮਾਜ ਪ੍ਰਤੀ ਆਪਣੀਆਂ ਜ਼ਿੰਮੇਵਾਰੀਆਂ ਨੂੰ ਇੱਕ ਮਿਸਾਲੀ ਔਰਤ ਵਜੋਂ ਨਿਭਾਇਆ। ਵੰਡ ਵਾਲੇ ਸਮੇਂ ਆਪਣੇ ਪਿੰਡ, ਪਰਿਵਾਰ ਅਤੇ ਕਬੀਲਦਾਰੀ ਪ੍ਰਤੀ ਆਪਣੇ ਫਰਜ਼ਾਂ ਨੂੰ ਪੂਰੀ ਤਨਦੇਹੀ ਅਤੇ ਸਿਆਣਪ ਨਾਲ ਨਿਭਾਇਆ। ਸਿੱਖ ਧਰਮ ਵਿੱਚ ਸ੍ਰੀ ਸਾਹਿਬ ਕਿਰਪਾਨ ਭਾਵੇਂ ਛੋਟੀ ਹੋਵੇ ਜਾਂ ਵੱਡੀ, ਇੱਕ ਮਹੱਤਵਪੂਰਨ ਪ੍ਰਕਾਰ ਚਿੰਨ੍ਹ ਹੈ। 1937 ਈਸਵੀ ਵਿੱਚ ਅੰਗਰੇਜ਼ ਹਕੂਮਤ ਨੇ ਸਿੱਖਾਂ ਉੱਪਰ ਵੱਡੀ ਕਿਰਪਾਨ ਪਹਿਨਣ ਅਤੇ ਨਾਲ ਲੈ ਕੇ ਤੁਰਨ ਤੇ ਪਾਬੰਦੀ ਲਗਾ ਦਿੱਤੀ ਸੀ। ਬਤੌਰ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਜੀ, ਆਪ ਜੀ ਨੇ ਇਸ ਦੇ ਵਿਰੁੱਧ 100 ਸਿੰਘਾਂ ਦੇ ਪਹਿਲੇ ਜਥੇ ਦੀ ਅਗਵਾਈ ਕੀਤੀ। ਆਪ ਜੀ ਦੀ ਸਹਿਯੋਗ ਅਗਵਾਈ ਵਿੱਚ ਇਹ ਮੋਰਚਾ ਫਤਿਹ ਹੋ ਗਿਆ ਸੀ। ਸਿੱਖਾਂ ਨੂੰ ਵੱਡੀ ਕਿਰਪਾਨ ਪਹਿਨਣ ਅਤੇ ਲੈ ਕੇ ਚੱਲਣ ਦੀ ਬ੍ਰਿਟਿਸ਼ ਗਵਰਨਮੈਂਟ ਅੰਗਰੇਜ਼ ਹਕੂਮਤ ਨੇ ਖੁੱਲ੍ਹ ਦੇ ਦਿੱਤੀ।
मैं इसका जिक्र इसलिए किया है कि हिंदुस्तान के वंड बारे समय आप जी को इस ककार ने भी निडर ते बेखौफ होकर मुसलमानों के फिरकू दंगियां दौरान फिरकू सोच वाले भूतरे जुनूनियां दियां भीड़ां तो हिंदू सिख भरावां नूं बचाउण लई मुकाबला करते रहण विच मेरे मुताबिक ताकत बख्शी। अंत इस विचों कामयाब भी रही। पवन गुरु पाणी पिता माता दंत महत दिवस रात तोए दाई दाया खेले सगल जगत। सिख धर्म के मोटी गुरु नानक देव जी की जन्म भूमि होने का मान तां ननकाना साहिब जी की धरती नूं मिलिया, क्योंकि इस धरती ते सतगुरु नानक प्रगटिया मिट्टी तो जग जानन हो। संगतां देश विदेश तो नानक नाम जहाज है दा जाप करदियां इत्थे आउंदियां हन। सितंबर 1947 ईस्वी तक शेखूपुरा, लायलपुर, लाहौर आदि जिलिਆਂ ਦੇ ਵੱਡੀ ਗਿਣਤੀ ਵਿੱਚ ਬਹੁਤ ਸਾਰੇ ਸਿੱਖ ਅਤੇ ਕੁਝ ਹਿੰਦੂ ਵੀਰ ਭਰਾ ਪਰਿਵਾਰਾਂ ਸਮੇਤ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਜੀ, ਜੋ ਕਿ ਸਿੱਖ ਧਰਮ ਦੇ ਮੋਢੀ ਗੁਰੂ ਨਾਨਕ ਦੇਵ ਜੀ ਦਾ ਪਵਿੱਤਰ ਜਨਮ ਸਥਾਨ ਹੈ, ਵਿਖੇ ਮੁਸਲਮਾਨਾਂ ਦੇ ਜਨੂਨੀ ਤੇ ਫਿਰਕੂ ਟੋਲਿਆਂ ਤੋਂ ਬਚਣ ਲਈ ਇਕੱਠੇ ਹੋ ਗਏ, ਕਿਉਂਕਿ ਹੁਣ ਤਾਂ ਫਿਰਕੂ ਜਨੂਨ ਆਪਣੀ ਚਰਮ ਸੀਮਾ ਤੇ पहुंच गया सी। जदों धीआं भैणां दीआं चीखां हवा विच तैरन लगियां तां सैकड़े सिख ते हिंदू परिवारां लई इस तो वध सुरक्षित स्थान कोई नहीं सी। इन्ना ही नहीं, किते दंगई अंदर ना आ जाण, उन्हां सब ने गुरुद्वारा साहिब के दरवाजे अंदरों बंद भी कर लए। जदों इसकी सूचना जथेदार मोहन सिंह जी नागोके तक श्री अमृतसर पहुंची, बिना किसी देर दरां तो श्री ननकाना साहिब वाल चल पे। रस्ते विच बैल गड्डियां, मोटर गड्डियां, ट्रक, टांगे, घोड़े, पुलिस ते आर्मी नजर आउंदी सी। पर इन्हां ही राहां ते साडे पश्चिमी पंजाबी नंगे पैर, सिर ते गठड़ी, मोढे ते बच्चा, उंगली फड़ी बच्चा, गोदी बच्चा, अखां विच अनेकां सवाल अते आपे दिते जवाब भरी कोई साधन ना मिलन करके हिंदुस्तान वाल वंड बारे दी खिंची गई लकीर पार करके सुरक्षित हो जाना चाहते सन। आप गुरुद्वारा श्री ननकाना साहिब जी शेखूपुरा पहुंच गए। इत्थे जथेदार नागोके जी ने इन्हां सारियां भैण भरावां नूं समझाया कि चूंकि हिंदुस्तान ब्रिटिश साम्राज तो आजाद हो गया है, हुण साडा ते साडे बच्चियां दा उज्जवल भविख सिर्फ अपने देश हिंदुस्तान विच ही है। इसलिए उन्हां सब नूं हुण दे नवें हालात ते पाकिस्तान विच नवीं सरकार दे बाद आउण वालियां दरपेश मुश्किलां बारे अगाऊं सुचेत किया गया। इस समय दुचित्ती विच ना पै के सही फैसला लैण लई अपणियां दलीलां नाल समझाया। इस तरह उन्हां सैकड़े सिख ते हिंदू परिवारां नूं अपने नाल हिंदुस्तान चलण लई राजी कर लिया। पर उन्हां दी एक शर्त सी कि उत्थे साडे खाण पीण, घर-बार अते उत्ते वसाउण दी सारी जिम्मेवारी तुहाडी होवेगी। इस तरह उन्हां दियां नित प्रति लोड़वंद वस्तां चीज़ां दे प्रबंध कराउण दा सिर्फ भरोसा ही नहीं दिता, सगों जिम्मेवारी भी चुकी। उपरंत गुरुद्वारा श्री ननकाना साहिब जी का नितनेम मर्यादा अनुसार निर्विघन चलता रहे, उसके लिए सुरक्षा के पुख्ता प्रबंध किए। इत्थे उन्होंने अपने नाल लैके गए 5 प्रबंधक सिखां का एक जत्था नियुक्त कर दिता। इन्ना ही नहीं, इन्हां सिंघां दी भी सुरक्षा का प्रबंध करवाया। उत्थे लंगर निर्विघन चले, राशन पानी की कोई घाट ना आवे अते होर फुटकल जरूरतां बेखौफ पूरीआं हुंदियां रहण दा प्रबंध कीता। उपरंत पाकिस्तान विच रह जाण वाले सारे गुरुद्वारियां दे दर्शन दीदारे सदा हुंदे रहण। आजाद देश विच आपसी भाईचारा, सुख शांति, चढ़दी कला बनी रहे अते सरबत दे भले लई अरदास बेनती कीती। नानक नाम चढ़दी कला, तेरे भाणे सरबत दा भला। इस तरह जथेदार नागोके जी श्री ननकाना साहिब विच पनाह लैके बैठे सैकड़े सिख अते हिंदू भैण भरावां नूं उतों सुरक्षित पूर्वी पंजाब विच ले आउण विच सफल होए। वापसी के सफर विच दंगईयां दे टोले, फिरकू नारे, बंदियां अग्गां, आसमान विच धुआं, रस्ते विच छप्पड़ां दे खूहां दे पानी दा रंग लाल अपनी बेबसी बयान कर रहे सन। इन्हां घटनावां नूं जदों जदों नाना जी सानू कहानी के रूप में सुणा रहे हुंदे सन तां कई बारी वो बहुत देर
ਖਾਮੋਸ਼ ਚੁੱਪ ਰਹਿੰਦੇ। ਇਸ ਤਰ੍ਹਾਂ ਸ਼ਾਇਦ ਉਹ ਆਪਣੀਆਂ ਅੱਖਾਂ ਸਾਹਮਣੇ ਕਿਧਰੀਆਂ ਵਾਪਰੀਆਂ ਦਰਦਨਾਕ ਘਟਨਾਵਾਂ ਨੂੰ ਫਾਸਟ ਫਾਰਵਰਡ ਕਰਕੇ ਅੱਗੇ ਲੰਘਾ ਦਿੰਦੇ। ਸ਼ਾਇਦ ਉਹ ਸੀਨ, ਉਹ ਗੱਲਾਂ ਸਾਡੇ ਅਣਜਾਣ ਤੇ ਹੋਰ ਮਨਾਂ ਨੂੰ ਵਿਚਲਿਤ ਕਰ ਸਕਦੀਆਂ ਹੋਣ। ਉਹ ਘੱਟ ਸ਼ਬਦਾਂ ਬੋਲੀਆਂ ਅੱਖਾਂ ਡੂੰਘਾ ਸਾਹ ਲੈ ਕੇ ਬਹੁਤ ਕੁਝ ਕਹਿ ਜਾਂਦੇ। ਜਥੇਦਾਰ ਮੋਹਨ ਸਿੰਘ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਨਾਲ ਲੱਗਦੇ ਇਲਾਕੇ ਲਾਹੌਰ, ਪੱਟੀ, ਅਜਨਾਲਾ ਦਾ ਬਾਰਡਰ ਤੱਕ ਦਾ ਇਲਾਕਾ, ਗੁਰਦਾਸਪੁਰ ਦਾ ਰਾਵੀ ਦੇ ਨਾਲ ਲੱਗਦਾ ਇਲਾਕਾ ਸਮੇਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਜੀ ਤੱਕ ਦਾ ਇਲਾਕਾ ਤੇ ਹੋਰ ਬਹੁਤ ਸਾਰੇ ਇਲਾਕੇ ਹਰ ਹਾਲਾਤ ਵਿੱਚ ਹਿੰਦੁਸਤਾਨ ਵਿੱਚ ਰੱਖਣ ਦੇ ਮੁਦਈ ਸਨ। ਇਸ ਦੇ ਲਈ ਉਹਨਾਂ ਨੇ ਹਿੰਦੁਸਤਾਨ ਦੀ ਕੇਂਦਰੀ ਲੀਡਰਸ਼ਿਪ ਪੰਡਿਤ ਜਵਾਹਰ ਲਾਲ ਨਹਿਰੂ ਜੀ ਅਤੇ ਸਰਦਾਰ ਵੱਲਭ ਭਾਈ ਪਟੇਲ ਜੀ ਜੋ ਉਸ ਵਕਤ ਹੋਮ ਮਿਨਿਸਟਰ ਸਨ, ਉਹਨਾਂ ਤੱਕ ਸੰਦੇਸ਼ ਵੀ ਪਹੁੰਚਾਏ ਅਤੇ ਆਪ ਮਿਲ ਕੇ ਆਪਣੀ ਬਾਦਲੀ ਰਾਏ ਦੇ ਨਾਲ ਮੰਗ ਵੀ ਰੱਖੀ। ਉਹਨਾਂ ਤਾਂ ਡਾਕਟਰ ਅੰਬੇਦਕਰ ਜੀ ਜੋ ਸਾਡੇ ਭਾਰਤੀ ਸੰਵਿਧਾਨ ਦੇ ਰਚਨਹਾਰੇ ਹਨ, ਉਹਨਾਂ ਨੂੰ ਵੀ ਸੰਦੇਸ਼ ਭੇਜ ਕੇ ਅਤੇ ਆਪ ਮਿਲ ਕੇ ਵੀ ਸਮੂਹ ਪੰਜਾਬੀਆਂ, ਸਿੱਖਾਂ, ਹਿੰਦੂਆਂ ਸਮਾਜ ਦੀਆਂ ਅਭੌਤੀ ਪਛੜੀਆਂ ਜਾਤੀਆਂ ਦਾ ਹਰ ਥਾਂ ਅਤੇ ਹਰ ਪੱਖ ਤੋਂ ਮਾਣ ਸਨਮਾਨ ਕਾਇਮ ਰੱਖਣ ਦੀ ਮੰਗ ਕੀਤੀ। ਇਤਿਹਾਸ ਬਹੁਤ ਜਗ੍ਹਾ ਉਹਨਾਂ ਵੱਲੋਂ ਕੀਤੀਆਂ ਗਈਆਂ ਫਰੂਟਫੁਲ ਕੋਸ਼ਿਸ਼ਾਂ ਦੀ ਗਵਾਹੀ ਦਿੰਦਾ ਹੈ। ਇਸ ਟਾਈਮ ਪੱਟੀ ਦੇ ਨਾਲ ਲੱਗਦਾ ਸਾਰਾ ਇਲਾਕਾ, ਅਜਨਾਲਾ ਦੇ ਨਾਲ ਲੱਗਦਾ ਕਾਫੀ ਇਲਾਕਾ ਤੇ ਗੁਰਦਾਸਪੁਰ ਦੇ ਰਾਵੀ ਦਰਿਆ ਦੇ ਨਾਲ ਲੱਗਦੇ ਇਲਾਕੇ ਹਿੰਦੁਸਤਾਨ ਵਿੱਚ ਸ਼ਾਮਲ ਹੋਣ ਦੀ ਗਵਾਹੀ ਕਰਦੇ ਹਨ। ਜਥੇਦਾਰ ਨਾਗੋਕੇ ਜੀ ਅਤੇ ਉਹਨਾਂ ਦੇ ਪੰਥਦਰਤੀ ਵਤਨ ਪ੍ਰਸਤ ਬੇਮਿਸਾਲ ਸਾਥੀ ਸ਼ਖਸੀਅਤਾਂ ਦਾ ਜ਼ਿਕਰ ਤਫਸੀਲ ਨਾਲ ਕਿਸੇ ਹੋਰ ਅਧਿਆਏ ਚੈਪਟਰ ਵਿੱਚ ਕਰਾਂਗੇ। हम तो दरिया हैं, हमें अपना हुनर मालूम है, जिस तरफ भी रुख करेंगे रास्ता बन जाएगा। सरदार नरेंद्र सिंह जी भुलेर लिखते हैं ਅਤੇ ਮੈਨੂੰ ਦੱਸਿਆ ਵੀ ਸੀ ਕਿ 1947 ਦੇ ਸਮੇਂ ਆਬਾਦੀਆਂ ਦੇ ਤਬਾਦਲੇ ਅਤੇ ਸਿੱਖਾਂ ਤੇ ਹਿੰਦੂਆਂ ਨੂੰ ਫਿਰਕੂ ਮੁਸਲਮਾਨਾਂ ਦੇ ਜਨੂਨੀ ਹੱਥਾਂ ਤੋਂ ਬਚਾਉਣ ਲਈ, ਮੁਸਲਮਾਨਾਂ ਨੂੰ ਸੁਰੱਖਿਅਤ ਪਾਕਿਸਤਾਨ ਪਹੁੰਚਾਉਣ ਲਈ ਅਤੇ ਸਿੱਖਾਂ ਤੇ ਹਿੰਦੂਆਂ ਦੇ ਮੁੜ ਵਸੇਬੇ ਲਈ ਜਗ੍ਹਾ ਜ਼ਮੀਨਾਂ ਉਪਲਬਧ ਕਰਾਉਣ ਲਈ ਜਥੇਦਾਰ ਜੀ ਨੇ ਜੋ ਸੇਵਾ ਨਿਭਾਈ ਉਹ ਬੇਮਿਸਾਲ ਹੈ। ਉਹ ਲਿਖਦੇ ਹਨ, ਉਹਨਾਂ ਤੋਂ ਪ੍ਰਭਾਵਿਤ ਹੋ ਕੇ ਪੰਡਿਤ ਜਵਾਹਰ ਲਾਲ ਜੀ ਨਹਿਰੂ ਅਤੇ ਗ੍ਰਹਿ ਮੰਤਰੀ ਹੋਮ ਮਿਨਿਸਟਰ ਸ਼੍ਰੀ ਵੱਲਭ ਭਾਈ ਪਟੇਲ ਜੀ ਨੇ ਜਥੇਦਾਰ ਨਾਗੋਕੇ ਜੀ ਤੇ ਸਾਥੀਆਂ ਨੂੰ ਸੱਦਾ ਦਿੱਤਾ ਕਿ ਆਓ ਸਾਰੇ ਮਿਲ ਕੇ ਦੇਸ਼ ਦੇ ਨਵ ਨਿਰਮਾਣ ਵਿੱਚ ਜੁਟ ਜਾਈਏ। ਐਡਵੋਕੇਟ ਸਰਦਾਰ ਰਵੇਲ ਸਿੰਘ ਜੀ ਜੋ ਲਗਭਗ 10 ਸਾਲ SGPC ਦੇ ਸਕੱਤਰ ਦੇ ਅਹੁਦੇ ਤੇ ਰਹੇ, ਉਹਨਾਂ ਮੈਨੂੰ ਦੱਸਿਆ ਵੀ ਸੀ ਪਰ ਲਿਖਦੇ ਵੀ ਹਨ। ਕਦੇ ਉਹ ਵੇਲੇ ਹੁੰਦੇ ਸਨ ਜਦੋਂ ਜਥੇਦਾਰ ਮੋਹਨ ਸਿੰਘ ਜੀ ਨਾਗੋਕੇ ਦਰਸ਼ਨੀ ਡਿਊਟੀ ਵੱਲੋਂ ਘੰਟਾ ਘਰ ਚੌਂਕ ਵੱਲ ਨਿਕਲਦੇ ਸਨ ਤਾਂ ਸਾਰੇ ਹਿੰਦੂ, ਸਿੱਖ, ਮੁਸਲਮਾਨ ਦੁਕਾਨਦਾਰ ਆਪਣੀਆਂ ਦੁਕਾਨਾਂ ਵਿੱਚ ਉਹਨਾਂ ਦੇ ਸਨਮਾਨ ਵਜੋਂ ਉੱਠ ਕੇ ਖਲੋ ਜਾਂਦੇ ਸਨ। ਜਥੇਦਾਰ ਸਾਹਿਬ ਫਤਿਹ ਬੁਲਾਉਂਦੇ, ਤੁਰੇ ਜਾਂਦੇ, ਬੈਠਣ ਲਈ ਵੀ ਕਹਿੰਦੇ, ਪਰ ਉਹ ਸਭ ਉਹਨਾਂ ਦੇ ਦੂਰ ਚਲੇ ਜਾਣ ਤੱਕ ਸਨਮਾਨ ਵਜੋਂ ਖੜੇ ਰਹਿੰਦੇ। ਇਸ ਤਰ੍ਹਾਂ ਇਸ ਗੱਲ ਦਾ ਪ੍ਰਮਾਣ ਸਹਿਜੇ ਹੀ ਮਿਲ ਜਾਂਦਾ ਹੈ ਕਿ ਉਹਨਾਂ ਨੂੰ ਸਿੱਖਾਂ, ਹਿੰਦੂਆਂ ਤੇ ਮੁਸਲਮਾਨ ਭਾਈਚਾਰੇ ਵੱਲੋਂ ਇੱਕੋ ਜਿਹਾ ਸਨਮਾਨ ਦਿੱਤਾ ਜਾਂਦਾ ਸੀ। ਜਥੇਦਾਰ ਮੋਹਨ ਸਿੰਘ ਜੀ ਨਾਗੋਕੇ ਜੀ ਨੂੰ ਸੰਸਾਰਿਕ ਤੇ ਅਧਿਆਤਮਕ ਵਿਸ਼ਿਆਂ ਨੂੰ ਨਾਲ ਚਲਾਉਣ ਦੀ ਸੇਵਾ ਦਾ ਮੌਕਾ ਮੋਰਲੀ ਦੇ ਪਹਿਲੀ ਕਤਾਰ ਦੇ ਸਿੱਖ ਪੰਥ ਦੇ ਲੀਡਰਾਂ ਨੇ ਸਰਬਸੰਮਤੀ ਨਾਲ ਦਿੱਤਾ, ਜੋ ਕਿ ਸਿੱਖ ਕੌਮ, ਪੰਥ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਜੀ ਦੇ 100 ਸਾਲ ਦੇ ਇਤਿਹਾਸ ਵਿੱਚ ਕਿਸੇ ਨੂੰ ਪ੍ਰਾਪਤ ਨਹੀਂ ਹੋਇਆ। ਮੈਂ ਇਹ ਸਪੈਸ਼ਲ ਚੈਪਟਰ ਦੇਸ਼ ਦੇ ਵੰਡ ਬਾਰੇ ਦੇ ਸਮੇਂ ਦੇ ਨੋਨ, ਅਨਨੋਨ ਫ੍ਰੀडम फाइटर्स, देश के सारे स्वतंत्रता सेनानियों को डेडिकेट करती है। हम तो रूहे सफर हैं, हमें नामों से ना पहचान। हम तो रूहे सफर हैं, हमें नामों से ना पहचान। कल किसी और नाम से आ जाएंगे, कल किसी और नाम से आ जाएंगे। नेक्स्ट चैप्टर अगले अध्याय विच होर रोचक जानकारियां नाल अंडेमान निकोबार के टापुओं का सफर जारी रखांगे। निमरता सहर, सत श्री अकाल।